झज्जा उर्ज सुरज नहीं जाना, रहो झजक नाही परवाना। कत चख चख औरन समझावा, चगर किए चगरो ही पावा। नैया निकट जो कट रहो, दूर कहाँ तज जाए। जा कारण जग ढूंढेओ, नेरो पायो ताहि। वाहिगुरु जी का खालसा, वाहिगुरु जी की फतेह। भगत कबीर जी ने इन्हां दो पंक्तियां दे श्लोकां अंदर पदियां अंदर बहुत ही सूक्ष्म ਅਤੇ ਉੱਤਮ ਗਿਆਨ ਦੀ ਬਖਸ਼ਿਸ਼ ਕੀਤੀ ਹੈ। ਇੱਕ ਤਾਂ ਪਾਠ ਕਰਦੇ ਸਮੇਂ ਜਿਹੜਾ ਅੱਖਰ ਆਰੰਭ ਵਿੱਚ ਆਉਂਦਾ ਹੈ ਉਸ ਤੇ ਰੁਕ ਜਾਣਾ। ਆਮ ਪਾਠੀ ਸਿੰਘ ਝੱਜਾ ਉਰਜ ਸੁਰਜ ਨਹੀਂ ਜਾਣਾ ਪੜ੍ਹ ਦਿੰਦਾ, ਨਹੀਂ, ਝੱਜਾ ਤੇ ਰੁਕ ਜਾਣਾ। ਝੱਜਾ ਉਰਜ ਸੁਰਜ ਨਹੀਂ ਜਾਣਾ, ਝੱਜੇ ਅੱਖਰ ਦੁਆਰਾ ਭਗਤ ਜੀ ਸਿੱਖਿਆ ਦਿੰਦੇ। ਇਹ ਸਾਰਾ ਸੰਸਾਰ ਉਰਜਿਆ ਹੋਇਆ, ਮਾਇਆ ਦੇ ਜਾਲ ਵਿੱਚ ਫਸਿਆ ਹੋਇਆ, ਪਰ ਇਸ ਨੂੰ ਉਲਝਣਾ ਤੇ ਆ ਗਿਆ, ਸੁਲਝਣਾ ਨਹੀਂ ਆਇਆ। ਭਾਵ ਜਿਵੇਂ ਭਗਤ ਜੀ ਨੇ ਕਿਹਾ, ਫਾਸਨ ਕੀ ਵਿਦ ਸਭ ਕੋ ਜਾਣੈ, ਛੂਟਣ ਕੀ ਇੱਕ ਕੋਈ। ਇਸ ਮਾਇਆ ਦੇ ਜਾਲ ਵਿੱਚ ਉਲਝ ਤੇ ਗਏ, ਪਰ ਇਸ ਜਾਲ ਤੋਂ ਨਿਕਲਣ ਦਾ ਰਸਤਾ ਨਹੀਂ ਆਇਆ। ਇਹ ਕਦੋਂ ਤੇ ਕਿਵੇਂ ਨਿਕਲੇ, ਇਹ ਗੱਲ ਭਗਤ ਜੀ ਨੇ ਸਮਝਾਈ। ਗੁਰਬਾਣੀ ਵਿੱਚ ਪਾਤਸ਼ਾਹ ਫਰਮਾਉਂਦੇ ਨੇ, ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਭਵਨ ਚਤੁਰ ਸੰਸਾਰਾ। ਜਗ ਇਸ਼ਨਾਨ ਤਾਪ ਥਾਨ ਖੰਡੇ, ਕਿਆ ਏ ਜੰਤ ਵਿਚਾਰਾ। ਲਓ, ਅਸੀਂ ਜੀਵ ਕਿਹੜੇ ਬਾਗ ਦੀ ਮੂਲੀ ਹਾਂ। ਇੱਥੇ ਤਾਂ ਬ੍ਰਹਮਾ ਵਿਸ਼ਨੂੰ ਮਹੇਸ਼ ਵਰਗੇ ਉਹ ਵੀ ਮਾਇਆ ਦੇ 3 ਗੁਣਾਂ ਵਿੱਚ ਫਸੇ ਪਏ। ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਭਵਨ ਚਤੁਰ ਸੰਸਾਰਾ। ਜਗ ਇਸ਼ਨਾਨ ਤਾਪ ਥਾਨ ਖੰਡੇ, ਕਿਆ ਏ ਜੰਤ ਵਿਚਾਰਾ। ਇਹ ਜੀਵ ਵਿਚਾਰਾ ਕੀ ਹੈ, ਇਹਦੀ ਕੀ ਸਮਰੱਥਾ ਹੈ ਕਿ ਇਹ ਇਸ ਮਾਇਆ ਦੇ ਜਾਲ ਵਿੱਚ ਫਸਣੋਂ ਬਚ ਜਾਏ। ਝੱਜਾ ਉਰਜ ਸੁਰਜ ਨਹੀਂ ਜਾਣਾ। ਹੁਣ ਉਰਜ ਦੇ ਝੱਜੇ ਨੂੰ ਸਿਆਰੀ ਹੈ। ਉਲਝ ਜਾਣਾ, ਫਸਣਾ, ਇਹ ਤਾਂ ਇਸ ਨੇ ਜਾਣ ਲਿਆ, ਪਰ ਇਹਦੇ ਵਿੱਚੋਂ ਹੁਣ ਨਿਕਲਣ ਦੀ, ਫਾਈ ਤੋਂ ਛੁੱਟਣ ਦੀ ਸਿੱਖਿਆ ਨਹੀਂ। ਆਪਣੇ ਆਲੇ ਦੁਆਲੇ ਵਿੱਚ ਆਪਣੇ ਸਮੇਤ ਨਜ਼ਰ ਮਾਰ ਕੇ ਦੇਖੀਏ, ਸਭ ਇਸੇ ਤਰ੍ਹਾਂ ਉਲਝੇ ਪਏ। ਬੜੇ ਬੜੇ ਧਰਮ ਸਥਾਨ, ਭਾਵੇਂ ਉਹ ਕੁਝ ਵੀ ਕਹਿਣ ਕਿ ਅਸੀਂ ਜੀ ਪ੍ਰਬੰਧ ਕਰਨ ਵਾਸਤੇ ਉਲਝੇ ਹੋਏ, ਪਰ ਨਹੀਂ। ਐਸਾ ਇਸ ਮਾਇਆ ਨੇ ਜਾਲ ਪਸਾਰਿਆ ਹੈ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ। हे ਜਗਦੀਸ਼, हे ਗੁਸਾਈ, ਇਸ ਮਾਇਆ ਨੇ ਸਾਰੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਾਰਿਆ। ਬਲਕਿ ਇੱਥੇ ਤੀਕਰ ਲਿਖਿਆ ਹੈ ਬਾਣੀ ਵਿੱਚ, ਨਾ ਸੁਣੀਐ ਨਾ ਮੁਖ ਤੇ ਬਕੀਐ, ਨਾ ਮੋਹੈ ਉਹ ਡੀਠੀ। ਐਸੀ ਠਗੋਰੀ ਪਾਏ ਭੁਲਾਵੈ, ਮਨ ਸਭ ਕੇ ਲਾਗੇ ਮੀਠੀ। ਮਾਏ ਬਾਪ ਪੂਤ ਹਿਤ ਭਰਾਤਾ,
उन कर कर मेलियो धुआ, किस ही बाद काट किस ही पै, सगले लर लर मूआ। जिथे वेखो सब जगह इस माया के झगड़े हैं। एक पिता के पुत्र हैं, एक माता की कुखों जन्म लिया, भरा भरा हैं। कदे कहते सन भरा जी आउणगे ते रोटी खावांगे, भरा जी आउणगे ते आ काम करांगे। पर जदों इस माया की चमक पई, ਉਹੀ ਭਰਾ ਜੀ ਕਹਿੰਦੇ ਤੁਸੀਂ ਮੇਰੇ ਭਾ ਦੇ ਮਰ ਗਏ, ਮੈਂ ਤੁਹਾਡੇ ਭਾ ਦਾ ਮਰ ਗਿਆ। ਦਿਨੋਂ ਦਿਨ ਉਲਝ ਰਹੇ। ਝੱਜਾ ਉਰਜ ਸੁਰਜ ਨਹੀਂ ਜਾਣਨਾ, ਇਹਦੇ ਵਿੱਚੋਂ ਨਿਕਲਣਾ ਤੇ ਕਿਸੇ ਨੇ ਜਾਣਿਆ ਹੀ ਨਹੀਂ। ਰਹੋ ਝਜਕ ਨਾ ਹੀ ਪਰਵਾਨਾ। ਕਈ ਵਾਰੀ ਕਿਸੇ ਨੇ ਸਮਝਾਇਆ ਵੀ, ਪ੍ਰੇਰਿਆ ਵੀ, ਜਾਂ ਅੰਦਰੋਂ ਪ੍ਰੇਰਨਾ ਵੀ ਹੋਈ ਕਿ ਮੈਂ ਇਹਦੇ ਵਿੱਚੋਂ ਨਿਕਲ ਜਾਵਾਂ, ਪਰ ਨਹੀਂ, ਫਿਰ ਝਜਕ ਰੁਕ ਜਾਂਦਾ, ਫਿਰ ਅਟਕ ਜਾਂਦਾ, ਔਰ ਇਹਨਾਂ ਸੰਸਿਆਂ ਵਿੱਚ ਹੀ ਪਿਆ ਰਹਿੰਦਾ। ਛੱਡਾਂ ਕਿ ਨਾ ਛੱਡਾਂ, ਇਹਨੂੰ ਤਿਆਗਾਂ ਕਿ ਨਾ ਤਿਆਗਾਂ। ਰਹੋ ਝਜਕ ਨਾ ਹੀ ਪਰਵਾਨਾ। ਤੇ ਇਸ ਭੁੱਲ ਕਰਕੇ ਪਰਮਾਤਮਾ ਦੀ ਦਰਗਾਹ ਵਿੱਚ ਕਦੇ ਕਬੂਲ ਹੁੰਦਾ ਹੀ ਨਹੀਂ। ਮਤਲਬ ਕਹਿਣ ਤੋਂ ਕਿ ਉਲਝਣ ਦੀ ਗੱਲ ਸਾਰੇ ਜਾਣਦੇ ਨੇ, ਸੁਲਝਣ ਵਾਲੇ ਪਾਸੇ ਕੋਈ ਨਹੀਂ ਤੁਰਦਾ, ਛੋਟੇ ਤੋਂ ਲੈ ਕੇ ਵੱਡੇ ਤੀਕ। ਇਸੇ ਲਈ ਕਿਹਾ ਹੈ, ਹਉ ਬਲਿਹਾਰੀ ਸਤਿਗੁਰੇ ਆਪਣੇ, ਜਿਨ ਇਹ ਚਲਤ ਦਿਖਾਇਆ, ਗੂਜੀ ਭਾ ਜਲੈ ਸੰਸਾਰਾ, ਭਗਤ ਨ ਵਿਆਪੈ ਮਾਇਆ। ਫਿਰ ਭਗਤ ਜੀ ਕਹਿੰਦੇ ਨੇ, ਹੇ ਪ੍ਰਾਣੀ, ਕਤ ਝੱਖ ਝੱਖ ਔਰ ਨੂੰ ਸਮਝਾਵਾ, ਤੂੰ ਦੂਜਿਆਂ ਨੂੰ ਮਤਾਂ ਦੇਣਾ। ਝੱਖ ਦਾ ਮਤਲਬ ਹੈ ਖੱਪ ਖੱਪ ਕੇ, ਪਟਕ ਪਟਕ ਕੇ ਦੂਜਿਆਂ ਨੂੰ ਤੂੰ ਮਤਾਂ ਦੇਣਾ। ਆਮ ਤੌਰ ਤੇ ਵੇਖਣ ਵਿੱਚ ਆਇਆ, ਕੀ ਪੰਡਤ, ਕੀ ਪਾਂਧੇ, ਕੀ ਗਿਆਨੀ, ਕੀ ਜੋਤਸ਼ੀ, ਸਭ ਦੂਜਿਆਂ ਨੂੰ ਸਮਝਾ ਰਹੇ ਨੇ, ਪਰ ਆਪ ਅੱਗੇ ਨਾਲੋਂ ਵੀ ਜ਼ਿਆਦਾ ਫਸ ਰਹੇ। ਮੈਂ ਕਈ ਵਾਰੀ ਸੋਚਦਾ, ਜੇ ਲੋਕਾਂ ਨੂੰ ਅਮੀਰ ਬਣਾ ਸਕਦੇ ਨੇ ਤੇ ਆਪ ਨਹੀਂ ਬਣ ਸਕਦੇ। ਜੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰ ਸਕਦੇ ਨੇ ਤੇ ਆਪ ਨਹੀਂ ਸਮੱਸਿਆਵਾਂ ਤੋਂ ਬਚ ਸਕਦੇ, ਆਪ ਉਸ ਤੋਂ ਵੀ ਜ਼ਿਆਦਾ ਫਸੇ ਹੋਏ। ਤੋ ਭਗਤ ਜੀ ਕਹਿੰਦੇ ਨੇ, ਕਤ ਝੱਖ ਝੱਖ ਔਰ ਨੂੰ ਸਮਝਾਵਾ, ਕੀ ਤੂੰ ਚਖਾ ਮਾਰਦਾ, ਕੀ ਤੂੰ ਆਪ ਅਨੇਕ ਤਰ੍ਹਾਂ ਦੇ ਤੌਖਲਿਆਂ ਤੇ ਸਹਿਮਿਆਂ ਦੇ ਭਾਰ ਥੱਲੇ ਦੱਬਾ ਹੋਇਆ, ਹੋਰਨਾਂ ਨੂੰ ਮਤਾਂ ਦੇਣ। ਇਸ ਲਈ ਬਾਣੀ ਤੇ ਸਪਸ਼ਟ ਕਹਿੰਦੇ, ਪ੍ਰਥਮੇ ਮਨ ਪ੍ਰਬੁੱਧ ਆਪਣਾ, ਪਾਛੇ ਅਵਰ ਰਿਝਾਵੇ। ਬਈ ਪਹਿਲਾਂ ਆਪਣੇ ਮਨ ਨੂੰ ਸਮਝਾਓ, ਜੇ ਆਪਣੇ ਮਨ ਨੂੰ ਨਹੀਂ ਸਮਝਾ ਸਕੇ ਦੂਜਿਆਂ ਨੂੰ ਕੀ ਸਮਝਾਓ, ਔਰ ਦੂਜਿਆਂ ਤੇ ਅਸਰ ਵੀ ਕੀ ਹੋਵੇਗਾ। ਕਤ ਝੱਖ ਝੱਖ ਔਰਨ ਸਮਝਾਵਾ, ਝਗਰ ਕੀਏ ਝਗਰੋ ਹੀ ਪਾਵਾ। ਲੋਕਾਂ ਨਾਲ ਝਗੜ ਰਹੇ, ਤੇਰੀ ਇਹ ਗੱਲ ਠੀਕ ਨਹੀਂ, ਤੂੰ ਆਹ ਠੀਕ ਨਹੀਂ ਕੀਤਾ। ਸੁਣਦੇ ਹਾਂ ਪੁਰਾਣੇ ਸਮਿਆਂ ਵਿੱਚ ਬੜੇ ਬੜੇ ਪੰਡਤ ਸ਼ਾਸਤਰਾਰਥ ਕਰਦੇ ਸਨ ਤੇ ਫਿਰ ਆਪਸ ਵਿੱਚ ਹੀ ਝਗੜ ਪੈਂਦੇ ਸਨ। ਛੋਟੇ ਹੁੰਦਿਆਂ ਕਈ ਵਾਰੀ ਅਖਬਾਰਾਂ ਵਿੱਚ ਪੜ੍ਹਨਾ ਕਿ ਕੁੰਭ ਦੇ ਮੇਲੇ ਉੱਤੇ ਹਰਿਦੁਆਰ ਵਿੱਚ ਬੜੇ ਸਾਧੂਆਂ ਦੀਆਂ ਮੰਡਲੀਆਂ ਆਈਆਂ। ਉਹਨਾਂ ਦੀਆਂ ਵੱਖ ਵੱਖ ਕਿਸਮਾਂ, ਕੋਈ ਨਾਂਗੇ ਹਨ, ਕੋਈ ਕੰਨ ਪਾਟੇ ਹਨ, ਕੋਈ ਕਿਹੜੇ ਹਨ, ਕੋਈ ਕਿਹੜੇ ਹਨ।
बड़ा उत्साह है। पर जिस दिन कोई उन्हों का विशेष छाइयां निकलदियां ने, शोभा यात्रा निकलदी, फिर आपस विच उन्हां दे खून खराबे हो जाते, तरसूलों के नाल एक दूजे नूं जख्मी कर देंगे। बड़ा सोच के हैरान होना भी ये क्यों करते हैं कि जी नहीं असी वड्डे हाँ, साडी जिहड़ी पार्टी है या साडा जिहड़ा मंडली है वो अगे लगे, इस गल ते लड़ पैण। दसो साधु भी बने, घर भी छड्डे, पिंडे ते सुआ भी मली, चटावां भी बनाईयां, पर अपने आप नूं समझाया नहीं। भगत जी फिर इसका निचोड़ कर दें, जज्जा उर्ज सुरज नहीं जाना, रहो झजक ना ही परवाना। इसे उलझन विच, इस होमे विच ही रहे, ते इहदे कारण परमात्मा की दरगाह विच कबूल नहीं पाए, क्योंकि जिहड़ा काम करन वास्ते मनुखा देही मिली वो तो कीता ही नहीं। कत झख झख औरन समझावा, क्यों तू झक झक के दूजियां नूं समझा रहे हैं, दूजियां नूं लैक्चर दे रहे हैं, दूजियां नूं उपदेश कर रहे हैं। पर याद रख, झगर कीए झगरो ही पावा। जे तू इन्हां झगड़ियां विच पिया रहा ते तेरे गल झगड़े ही पैण। भावे जम्मण मरण का चक्कर तेरा कदे मुक नहीं सकता। देखो पंक्तियां दो हैं, पर इन्हां विच कितना डूंगा ज्ञान है मेरे लिए, तुहाडे लिए। क्योंकि अक्सर संसार विच विचरदे हां, वख-वख संप्रदावां नूं सुणीदा, हालांकि कोई लैण देण नहीं, पर डांगा चुकी फिरदे, एक दूजे नाल लड़न मरन लई तैयार। ਉਹ ਕਹਿਣਗੇ ਅਸੀਂ ਸਾਰੇ ਹੀ ਬ੍ਰਹਮ ਗਿਆਨੀ, ਸਾਰੇ ਹੀ ਸੰਤ ਹੈ, ਸਭ ਚੰਗਾ ਲੈਕਚਰ ਕਰਨਗੇ, ਚੰਗੇ ਉਪਦੇਸ਼ ਕਰਨਗੇ, ਪਰ ਉਥੋਂ ਆਪ ਨਹੀਂ ਬਚੇ। ਤੋ ਗੱਲ ਕੀ ਭਗਤ ਜੀ ਨੇ ਕਿਹਾ, ਯਾਦ ਰੱਖੋ ਇਹਨਾਂ ਬਹਿਸ ਵਬੈਸਿਆਂ ਵਿੱਚ, ਇਹਨਾਂ ਝਗੜਿਆਂ ਵਿੱਚ ਝਗੜੇ ਹੀ ਗੱਲ ਪੈਣਗੇ, ਜੰਮਣ ਮਰਨ ਦੇ ਚੱਕਰ ਤੋਂ ਨਹੀਂ ਤੁਸੀਂ ਬਚ ਸਕਦੇ। झज्जा उर्ज सुरज नहीं जाना, रहो झजक ना ही परवाना। कत चक चख औरन समझावा, झगर किए झगरो ही पावा। नैया निकट जो घट रहे हो। हुण ये जिहड़ा अखर है नैया, मैं देखिया क्योंकि हुण साडा जिहड़ा बेसिक ज्ञान सी ना वो बड़ा घटिया। पहले समयां विच गुरुद्वारियां दे अंदर गुरु के सेवादार ग्रंथी सिंह होर ड्यूटियां तो इस ड्यूटी नूं अहम समझदे सन कि जिस नगर दे गुरु घर विच मैं सेवादार, मैं इस नगर दे बच्चे बच्चियां नूं गुरमुखी पढ़ाउणी है, गुरबाणी दे लड़ लाउणा है। क्योंकि देखण विच आया कि जेड़े 60-60 70 साले बजुर्ग मातावां मिलियां, वो सहज सुभाए कहंदे ने, बाबा जी असीं तां जिहड़ी गुरमुखी सिੱਖੀ है ना, बाणी दा पाठ सिੱਖਿਆ, असीं गुरुद्वारे दे बाबा जी कोलों सिੱਖਿਆ। मैं सोचदा ਇਹਦਾ मतलब गुरुद्वारे दे बाबा जी टीचर भी सन। महान कोश के करता भाई कान सिंह नाभा ने गुरुद्वारे विच रहन वाले ग्रंथी सिंह दियां होर धार्मिक ड्यूटियां दे नाल नाल ये भी एक ड्यूटी लिखी है। पर अज शायद दीवा लैके लभण तुरीए ते कोई विरला ग्रंथी सिंह मिलेगा जिहड़ा मुहल्ले दे नगर दे बच्चे बच्चियां नूं गुरमुखी पढ़ाउंदा।
ਇਸ ਕਾਰਜ ਵੱਲੋਂ ਅਵੇਸਲੇ ਹੋਣ ਦਾ ਨਤੀਜਾ ਹੈ ਕਿ ਬਹੁਤ ਸਾਰੇ ਸਿਆਣੀ ਉਮਰ ਦੇ ਵੀ ਬੰਦੇ, ਇਹ ਨਹੀਂ ਜੀ ਸਾਨੂੰ ਬੋਲਣਾ ਆਉਂਦਾ, ਪਰ ਸਾਨੂੰ ਤੇ ਉਸਤਾਦ ਜੀ ਨੇ ਬੋਲਣਾ ਵੀ ਸਿਖਾਇਆ, ਲਿਖਣਾ ਵੀ ਸਿਖਾਇਆ। ਤੇ ਮੈਂ ਵੀ ਲਗਭਗ ਪਿਛਲੇ 40 ਕੁ ਸਾਲ ਤੋਂ ਬੱਚਿਆਂ ਨੂੰ ਇਹ ਪੜ੍ਹਾ ਰਿਹਾ ਤੇ ਬੋਲਣ ਦਾ ਅਭਿਆਸ ਵੀ ਕਰਾ ਰਿਹਾ। ਤੋ ਇਹ ਜਿਹੜਾ ਨਿਆਂ ਅੱਖਰ ਹੈ, ਦੋਵੇਂ ਦੰਦ ਬੰਦ ਕਰਕੇ ਅੰਦਰੋਂ ਜੀਭ ਲਾ ਕੇ ਬੋਲੋ, ਨਿਆਂ, ਬਿਲਕੁਲ ਸ਼ੁੱਧ ਉਚਾਰਨ ਹੋ ਜਾਏਗਾ। ਤੋ ਭਗਤ ਜੀ ਨੇ ਇਹਨਾਂ ਅੱਖਰਾਂ ਦੀ ਵਰਤੋਂ ਕੀਤੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 52 ਅੱਖਰੀ ਵਿੱਚ ਇਹਨਾਂ ਅੱਖਰਾਂ ਦੀ ਵਰਤੋਂ ਕੀਤੀ। ਨਿਆਂ ਨਿਕਟ ਜੋ ਘਟ ਰਹੇ ਹੋ, ਨਿਆਂ ਅੱਖਰ ਦੁਆਰਾ ਭਗਤ ਜੀ ਸਿੱਖਿਆ ਦਿੰਦੇ ਨੇ, ਹੇ ਭਾਈ ਨਿਕਟ ਜੋ ਘਟ ਰਹੇ ਹੋ, ਨਿਕਟ ਦੇ ਟੈਂਕੇ ਨੂੰ ਸਿਹਾਰੀ ਹੈ, ਬਿਲਕੁਲ ਨੇੜੇ, ਜੋ ਤੇਰੇ ਘਟ ਹਿਰਦੇ ਵਿੱਚ ਮੌਜੂਦ ਹੈ। ਪਰਮਾਤਮਾ ਜੋ ਤੇਰੇ ਅੰਦਰ ਵਸਿਆ ਹੋਇਆ। ਨਿਆਂ ਨਿਕਟ ਜੋ ਘਟ ਰਹੇ ਹੋ, ਦੂਰ ਕਹਾਂ ਤਜ ਜਾਏ, ਉਹਨੂੰ ਘਰ ਛੱਡ ਕੇ ਤੂੰ ਬਾਹਰ ਕਿੱਥੇ ਲੱਭਣ ਜਾਂਦਾ? ਕਿਉਂਕਿ ਆਮ ਤੌਰ ਤੇ ਦੇਖਣ ਵਿੱਚ ਆਉਂਦਾ, ਮੈਂ ਜੀ ਸੰਤ ਬਣ ਗਿਆ, ਮੈਂ ਜੀ ਘਰ ਛੱਡ ਦਿੱਤਾ ਹੈ, ਮੈਂ ਜੀ ਜੰਗਲ ਵਿੱਚ ਚਲਾ ਗਿਆ। ਕਾਹਦੇ ਲਈ ਜੀ? ਰੱਬ ਨੂੰ ਲੱਭਣ ਵਾਸਤੇ। ਧੰਨ ਗੁਰੂ ਤੇਗ ਬਹਾਦਰ ਜੀ ਨੇ ਆਵਾਜ਼ ਮਾਰ ਕੇ ਆਖਿਆ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹਪ ਮਦ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ, ਏ ਗੁਰ ਗਿਆਨ ਬਤਾਈ, ਜਨ ਨਾਨਕ ਬਿਨਿਆ ਭਾਜੀ ਨੇ, ਮਿਟੇ ਨਾ ਭਰਮ ਕੀ ਕਾਈ। तो भगत जी ने कहा, ਨਿਆਂ ਨਿਕਟ ਜੋ ਘਟ ਰਹੇ ਹੋ, ਜੋ ਪਰਮਾਤਮਾ ਤੇਰੇ ਬਿਲਕੁਲ ਨੇੜੇ, ਤੇਰੇ ਹਿਰਦੇ ਵਿੱਚ ਮੌਜੂਦ ਹੈ। ਦੂਰ ਕਹਾਂ ਤਜ ਜਾਏ, ਉਹਨੂੰ ਲੱਭਣ ਵਾਸਤੇ ਤੂੰ ਹੋਰ ਕਿੱਥੇ ਜਾਣਾ? ਆਪਣੇ ਘਰ ਬੈਠੀ ਚੀਜ਼ ਨੂੰ ਜਾਂ ਘਰ ਬੈਠੀ ਵਸਤੂ ਨੂੰ, ਵਿਅਕਤੀ ਨੂੰ ਛੱਡ ਕੇ ਤੂੰ ਬਾਹਰ ਲੱਭਦਾ ਫਿਰ। ਇਹ ਤਾਂ ਬਿਲਕੁਲ ਉਹ ਗੱਲ ਹੋਈ ਬਈ ਕੁਛੜ ਕੁੜੀ ਤੇ ਸ਼ਹਿਰ ਢੰਡੋਰਾ। ਪਰ ਗੁਰਬਾਣੀ ਵਿੱਚ ਪਾਤਸ਼ਾਹ ਨੇ ਕਿਹਾ, ਜਿਹੜੇ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ, ਜਿਹੜੇ ਗੁਰਬਾਣੀ ਦੀ ਵਿਚਾਰ ਕਰਦੇ ਨੇ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ, ਤਾਂ ਉਹਨਾਂ ਨੂੰ ਗੁਰੂ ਨੇ ਘਰ ਹਿਰਦੇ ਵਿੱਚ ਬੈਠਾ ਹੀ ਦਿਖਾ ਦਿੱਤਾ। तो पहला तो प्रेरणा है, भाई बाहर ढूंढण कुछ नहीं लभण, वो तुहाडे ते मेरे अंदर मौजूद है। ते उस अंदर बैठे नूं गुरु की कृपा द्वारा देखण दा यतन करी। जल थल मैयल पूरिया, स्वामी सिरजनहार, अनक भांत होए पसरिया, नानक एक अंकार। कोई ऐसी जगह है ही नहीं जिथे वो नहीं है। तो हे भाई, तू घर बैठे परमात्मा नूं छड्ड के बाहर दूर किथे लभण जाना? गुरु नानक सच्चे पातशाह ने तो बिल्कुल स्पष्ट निर्मल पंथ सानू समझाया, पर असी बाबे की गल सुनी नहीं, मनी नहीं। हाँ, विरले हैं ਜਿਹੜੇ ਸੁਣਦੇ ਵੀ ਹਨ, ਮੰਨਦੇ ਵੀ ਹਨ। ਬਾਬੇ ਨੇ ਤੇ ਕਿਹਾ, ਜੋਗ ਨ ਭਗਵੀ ਕੱਪੜੀ, ਜੋਗ ਨ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਏ, ਸਤਿਗੁਰ ਕੈ ਉਪਦੇਸ਼। ਜੋਗ ਦਾ ਮਤਲਬ ਹੈ ਜੁੜਨਾ, ਜੋਗੀ ਦਾ ਮਤਲਬ ਹੈ ਜੁੜਿਆ ਹੋਇਆ।
ਤੇ ਜੁੜਨ ਦੇ ਲਈ ਭਗਵੇਂ ਕੱਪੜਿਆਂ ਦੀ ਕੋਈ ਲੋੜ ਨਹੀਂ, ਸਿਰ ਵਿੱਚ ਸਵਾਹ ਪਾਉਣ ਦੀ ਕੋਈ ਲੋੜ ਨਹੀਂ, ਜੰਗਲਾਂ ਵਿੱਚ ਜਾਣ ਦੀ ਕੋਈ ਲੋੜ ਨਹੀਂ। ਉਹ ਤਾਂ ਹਿਰਦੇ ਵਿੱਚ ਬੈਠ। ਨਈਆਂ ਨਿਕਟ ਜੋ ਘਟ ਰਹੇ ਹੋ, ਦੂਰ ਕਹਾਂ ਤਜ ਜਾਏ, ਜਾਂ ਕਾਰਨ ਜਗ ਢੂੰਢਿਓ, ਨੇਰੋ ਪਾਇਓ ਤਾਹੀਂ। ਆਖਿਆ ਜਾਂ ਕਾਰਨ, ਜਿਸ ਨੂੰ ਲੱਭਣ ਵਾਸਤੇ ਤੂੰ ਸਾਰੇ ਜਗਤ ਨੂੰ ਢੂੰਢਿਆ। ਆ ਦੇਖਿਆ ਕਈ ਬੰਦੇ ਚੱਕਰਵਰਤੀ, ਮੈਂ ਉੱਥੇ ਗਿਆ ਜੀ, ਮੈਂ ਉੱਥੇ ਗਿਆ ਜੀ, ਮੈਂ ਉੱਥੇ ਗਿਆ। ਇਸੇ ਗੱਲ ਵਿੱਚ ਹੀ ਉਹ ਬੜੇ ਖੁਸ਼ ਨੇ ਵੀ ਮੈਂ ਇੰਨਾ ਫਿਰ ਲਿਆ। ਫਿਰੀ ਜਾਓ। ਇਸ ਤਰ੍ਹਾਂ ਫਿਰਨ ਨਾਲ ਤੇ ਕੁਝ ਨਹੀਂ ਬਣਦਾ। ਕਈ ਕਹਿਣਗੇ ਜੀ ਅਸੀਂ ਨੰਗੇ ਰਹਿੰਦੇ ਹਾਂ, ਬਸਤਰ ਨਹੀਂ ਪਾਉਂਦੇ। ਕਈ ਕਹਿੰਦੇ ਅਸੀਂ ਪੈਰਾਂ ਜੁੱਤੀ ਨਹੀਂ ਪਾਉਂਦੇ। ਇਸ ਤਰ੍ਹਾਂ ਦੇ ਪਖੰਡ ਕਰਮ ਕਰਨ ਵਿੱਚ ਲੱਗੇ ਹੋਏ। ਪਰ ਭਗਤ ਜੀ ਨੂੰ ਪੁੱਛੋ, ਕਹਿੰਦੇ ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵੇ। ਮਨੋ ਕਠੋਰ ਮਰੈ ਬਾਨਾਰਸ, ਨਰਕ ਨ ਬੰਚ ਜਾਈ, ਹਰ ਕਾ ਸੰਤ ਮਰੈ ਹੜੰਬੈ, ਤਾਂ ਸਗਲੀ ਸੈਨ ਤਰਾਈ। ਹਰ ਪਖੰਡ ਨੂੰ ਖੰਡਨ ਕੀਤਾ। ਆਖਿਆ ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋ। ਕਿਆ ਨਾਂਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨਸ ਆਤਮਰਾਮ। ਤੋ ਗੱਲ ਕੀ ਭਗਤ ਜੀ ਨੇ ਇਹਨਾਂ ਦੋਹਾਂ ਸ਼ਲੋਕਾਂ ਦੇ ਅੰਦਰ ਇਹ ਸਮਝਾਉਣ ਦੀ ਕਿਰਪਾ ਕੀਤੀ। ਆਖਿਆ ਜਾ ਕਾਰਨ ਜਗ ਢੂੰਢਿਓ, ਨੇਰੋ ਪਾਇਓ ਤਾਹੀਂ। ਉਹ ਤਾਂ ਸਾਡੇ ਅੰਦਰ ਹੀ ਮੌਜੂਦ ਸੀ, ਪਰ ਅੰਦਰ ਦੇਖਣ ਵਾਸਤੇ ਗੁਰੂ ਦੀ ਸੰਗਤ ਕਰਨੀ, ਗੁਰੂ ਦੇ ਦੱਸੇ ਮਾਰਗ ਤੇ ਚੱਲਣਾ। ਔਰ ਜਿਸ ਤਰੀਕੇ ਨਾਲ ਭਗਤ ਕਬੀਰ ਜੀ ਨੇ ਕਿਹਾ, ਹੇ ਲੋਕੋ ਕਿਉਂ ਭੁਲੇਖੇ 'ਚ ਪੈ ਗਏ, ਕਿਉਂ ਤੁਸੀਂ ਭੁਲੇਖੇ ਵਿੱਚ ਪੈ ਕੇ ਲੜ ਰਹੇ ਹੋ, ਝਗੜ ਰਹੇ। ਨਾ ਭੁੱਲੋ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਭ ਠਾਈ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੇ। ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੇ। ਤੋ ਸਾਧ ਸੰਗਤ ਚਿੱਤ ਕਰਦਾ ਕਿ ਇਹਨਾਂ ਦੋ ਦੋ ਪੰਕਤੀਆਂ ਦੇ ਸ਼ਲੋਕਾਂ ਨੂੰ ਕੰਠ ਕਰ ਲਿਆ ਜਾਏ, ਇਹਨਾਂ ਦੀ ਮੁੜ ਮੁੜ ਕੇ ਵਿਚਾਰ ਕੀਤੀ ਜਾਏ ਕਿ ਝੱਜਾ ਉਰਜ ਸੁਰਜ ਨਹੀਂ ਜਾਨਾ, ਰਹੋ ਝਜਕ ਨਾਹੀ ਪਰਵਾਨਾ। ਕਤ ਚੱਕ ਚੱਕ ਔਰਨ ਸਮਝਾਵਾ, ਝਗਰ ਕੀਏ ਝਗਰੋ ਹੀ ਪਾਵਾ। ਨਈਆਂ ਨਿਕਟ ਜੋ ਘਟ ਰਹਿਓ, ਦੂਰ ਕਹਾਂ ਤਜ ਜਾਏ। ਜਾਂ ਕਾਰਨ ਜਗ ਢੂੰਢਿਓ, ਨੇਰੋ ਪਾਇਓ ਤਾਹੀਂ। ਆਓ ਆਪਣੇ ਅੰਦਰ ਪੜਚੋਲ ਕਰੀਏ, ਗੁਰੂ ਦੀ ਸੰਗਤ ਵਿੱਚ ਬਹਿ ਕੇ ਆਪਣੇ ਅੰਦਰ ਝਾਤ ਮਾਰੀਏ ਤੇ ਅੰਦਰ ਬੈਠੇ ਪਰਮਾਤਮਾ ਨੂੰ ਦੇਖੀਏ। ਬਾਣੀ ਤੇ ਕਹਿ ਰਹੀ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਤੈ ਚਾਨਣ, ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।